ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣ ਚੁੱਕੀ ਆ। ਨਵੇਂ ਵਿਧਾਇਕਾਂ ਨੇ ਸਹੁੰ ਚੱਕ ਲਈ ਆ ਤੇ ਸਹੁੰ ਚੱਕਣ ਤੋਂ ਬਾਅਦ ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਕਿ ਅੱਜ ਮੈਂ ਬਹੁਤ ਵੱਡਾ ਐਲਾਨ ਜਿਹੜਾ ਹੈਗਾ ਕਰਨ ਜਾ ਰਿਹਾ ਤੇ ਐਲਾਨ ਹੁੰਦਾ ਕਿ ਇੱਕ ਨੰਬਰ ਜਾਰੀ ਕਰ ਰਹੇ ਆ ਜਿਹੜਾ ਕਿ 23 ਮਾਰਚ ਸ਼ਹੀਦ ਭਗਤ ਸਿੰਘ ਜਿਸ ਦਿਨ ਸ਼ਹੀਦ ਹੋਏ ਉਸ ਦਿਨ ਮੈਂ ਉਹ ਨੰਬਰ ਨੂੰ ਬਕਾਇਦਾ ਤੁਹਾਨੂੰ ਦੱਸ ਦੂੰਗਾ। ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਿ ਜੋ ਵੀ ਅਧਿਕਾਰੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਜਾਂ ਤੁਹਾਡਾ ਕੰਮ ਕਰਦਾ ਨਹੀਂ ਹੈ ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ ਆਪਾਂ ਅੱਗੇ ਰਿਸ਼ਵਤ ਮੰਗਦਾ ਤਾਂ ਤੁਸੀਂ ਉਸ ਅਧਿਕਾਰੀ ਦੀ ਸ਼ਿਕਾਇਤ ਉਸ ਨੰਬਰ ਤੇ ਕਰਿਓ। ਉਹ ਨੰਬਰ ਮੇਰਾ ਪਰਸਨਲ ਹੋਊਗਾ ਤੇ ਉਹਦੇ ਉਸ ਤੋਂ ਬਾਅਦ ਅਸੀਂ ਜਾਂਚ ਕਰਾਂਗੇ ਕਿ ਇਹ ਸ਼ਿਕਾਇਤ ਸਹੀ ਹੈ ਜਾਂ ਗਲਤ। ਜੇਕਰ ਸਹੀ ਹੋਈ ਤਾਂ ਉਸ ਅਧਿਕਾਰੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਸਿੱਧੀ ਇੱਕ ਇੰਡੀਕੇਸ਼ਨ ਇਮਾਨਦਾਰੀ ਦੀ ਸ਼ੁਰੂ ਕਰਨ ਲੱਗਿਆ ਸਰਦਾਰ ਭਗਵੰਤ ਸਿੰਘ ਮਾਨ। ਹੁਣ ਇਹ ਸਵਾਲ ਬਣਦਾ ਕਿ ਕੀ ਇੱਕ ਨੰਬਰ ਜਾਰੀ ਕਰਨ ਨਾਲ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਊਗਾ, ਜਿਹੜਾ ਕਿ ਆਪਾਂ ਅੱਗੇ ਚੌਕੀਦਾਰ ਤੋਂ ਲੈ ਕੇ ਡੀਜੀਪੀ ਤੱਕ ਹਰ ਇੱਕ ਬੰਦਾ, ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੋਂ ਬਾਅਦ ਐਸਡੀਐਮ ਤੱਕ ਥਾਣਿਆਂ ਕਚਹਿਰੀਆਂ ਦੇ ਵਿੱਚ ਹਰ ਥਾਂ ਦੇ ਉੱਪਰ ਭ੍ਰਿਸ਼ਟਾਚਾਰ ਕੀ ਖਤਮ ਹੋ ਜਾਊਗਾ, ਇਹ ਤਾਂ ਹੁਣ ਸਮਾਂ ਹੀ ਦੱਸੂਗਾ। ਪਰ ਭਗਵੰਤ ਮਾਨ ਦੇ ਇਸ ਕਦਮ ਦੇ ਵਿੱਚ ਬੜਾ ਉਹਦਾ ਫੇਵਰ ਕਰ ਰਿਹਾ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 49 ਦਿਨਾਂ ਦੀ ਜਦੋਂ ਸਾਡੀ ਸਰਕਾਰ ਸੀ ਪਹਿਲੀ ਵਾਰ ਦਿੱਲੀ ਦੇ ਵਿੱਚ ਬਣੀ ਤਾਂ ਅਸੀਂ ਨੰਬਰ ਜਾਰੀ ਕੀਤਾ ਸੀ ਤੇ ਉਹੀ ਮਾਡਲ ਆ ਜਿਹੜਾ ਹੁਣ ਅਸੀਂ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ। ਅਸੀਂ 32 ਅਫਸਰਾਂ ਨੂੰ ਜਿਹੜਾ ਉਸ ਸਮੇਂ ਦੇ ਵਿੱਚ ਰੰਗੇਤੀ ਫੜਿਆ ਸੀ, ਪਰ ਜਦੋਂ ਤਾਂ ਸਾਡੀ ਦੂਰੀਵਾਰ ਸਰਕਾਰ ਆਈ ਤਾਂ ਐਂਟੀ ਕਰਪਸ਼ਨ ਬਿਊਰੋ ਜਿਹੜਾ ਕਿ ਅਸੀਂ ਬਣਾਇਆ ਹੋਇਆ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਇਆ ਸੀ, ਉਹਨੂੰ ਜਿਹੜਾ ਦਿੱਲੀ ਦੀ ਸੈਂਟਰ ਸਰਕਾਰ ਆ ਮਤਲਬ ਕਿ ਮੋਦੀ ਸਰਕਾਰ ਨੇ ਸਾਡੇ ਤੋਂ ਖੋਹ ਲਿਆ। ਕੀ ਬੋਲਿਆ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਆਓ ਸੁਣਦੇ ਹਾਂ। ਪੰਜਾਬ ਦੇ ਵਿੱਚ ਜਿੱਥੇ ਵੀ ਮੈਂ ਜਾਂਦਾ ਸੀ ਭ੍ਰਿਸ਼ਟਾਚਾਰ ਦੀ ਗੱਲ ਹੁੰਦੀ ਸੀ। ਲੋਕ ਕਹਿੰਦੇ ਸੀ ਕਿ ਜੀ ਆਹ ਸਿਸਟਮ ਨੂੰ ਬਦਲੋ, ਬਹੁਤ ਅਸੀਂ ਦੁਖੀ ਹਾਂ, ਇਸ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਇਹ ਮੇਰਾ ਫਰਜ਼ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜਿਆ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ। ਸ਼ਾਇਦ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਹੋਵੇਗਾ। ਇਹੋ ਜਿਹੀ ਹੈਲਪਲਾਈਨ ਸ਼ੁਰੂ ਕਰਾਂਗੇ। 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੀ ਬਰਸੀ ਹੈ। ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਮੈਂ ਇੱਕ ਨੰਬਰ ਹੈਲਪਲਾਈਨ ਦਾ ਜਾਰੀ ਕਰੂੰਗਾ। ਉਹ ਨੰਬਰ ਜਿਹੜਾ ਹੈ ਉਹ ਮੇਰਾ ਪਰਸਨਲ WhatsApp ਨੰਬਰ ਹੋਊਗਾ। ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ, ਮਨਾ ਨਹੀਂ ਕਰਨਾ। ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਰਿਕਾਰਡਿੰਗ ਜਿਹੜੀ ਹੈ ਉਸ ਨੰਬਰ ਤੇ ਭੇਜ ਦਿਓ। ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ वो बख्शा नहीं जाऊगा, सख्त कार्रवाई होगी। भ्रष्टाचार के खिलाफ बहुत बड़ा ऐलान किया है। उन्होंने ऐलान किया है कि 23 मार्च को शहीद आज़म भगत सिंह के शहादत दिवस पे एक WhatsApp नंबर जारी किया जाएगा। पंजाब में अब अगर कोई भी ऑफिसर, कोई भी व्यक्ति आपसे रिश्वत मांगे काम कराने के लिए, आप सरकारी दफ्तर में अपना राशन कार्ड बनवाने जाते हो, जाति प्रमाण पत्र बनवाने जाते हो, मैरिज सर्टिफिकेट बनवाने जाते हो, बिजली का कनेक्शन लेने जाते हो, कुछ भी काम कराने जाते हो, हम जानते हैं कि हमारे देश के अंदर बिना रिश्वत के काम कराना कितना मुश्किल है। पर अब पंजाब के अंदर अगर आप काम कराने जाओ और कोई आपसे रिश्वत मांगे, मना मत करना, जेब में हाथ डालना, फ़ोन निकाल लेना, उसको रिकॉर्डिंग पे लगा देना। ऑडियो रिकॉर्डिंग हो, वीडियो रिकॉर्डिंग हो, कुछ भी चलेगी। और उस रिकॉर्डिंग को आप उस नंबर पे भेज देना जिस नंबर को 23 मार्च को भगवंत मान जी जो नंबर रिलीज़ करेंगे, वो उनका पर्सनल WhatsApp नंबर होगा। उस नंबर पे आप उनको वीडियो भेज देना, ऑडियो भेज देना उस ऑफिसर की, और आपको यकीन दिलाते हैं कि उसके खिलाफ तुरंत सख्त से सख्त
कार्रवाई की जाएगी। ऐसा आज पंजाब के सीएम भगवंत मान जी ने ऐलान किया है। दिल्ली में जब हमारी 49 दिन की सरकार बनी थी, आपको याद होगा कि इसी तरह का हमने ऐलान किया था। मैंने एक नंबर जारी किया था, लोगों ने अपने व्हाट्सएप उस नंबर पे खूब अपने वीडियोस भेजे, ऑडियोज़ भेजे। 49 दिन के अंदर लगभग 30-32 ऑफिसर्स को सज़ा दिलवाई थी, उनको जेल भेजा गया था, सख्त एक्शन लिया गया था। 49 दिन में दिल्ली में भ्रष्टाचार कम नहीं हुआ था, दिल्ली में भ्रष्टाचार खत्म हो गया था। किसी की हिम्मत नहीं थी, कोई कहीं जाता था, आपका फ़ोन, एक आम आदमी का फ़ोन उसके लिए सबसे बड़ा हथियार बन गया था एम्पावरमेंट का। किसी दफ्तर में कोई आदमी जाता था और कोई ऑफिस से रिश्वत मांगता था, वो सिटीज़न कहता था, बंदा कहता था, फ़ोन निकालूं, रिकॉर्डिंग करूं तेरी, और ऑफिसर जो है चुपचाप उसका काम कर देता था बिना किसी झिझक उसके। लोगों के लिए उनका फ़ोन बहुत बड़ा हथियार बन गया था। जब दोबारा हमारी सरकार बनी और हमने इसको लागू करने की कोशिश की, प्रधानमंत्री जी ने ऑर्डर जारी करके दिल्ली सरकार की एंटी करप्शन ब्रांच छीन ली हमसे, ताकि हम इसको लागू ना कर पाएं। दिल्ली में तो हमने फिर भी भ्रष्टाचार खत्म कर दिया, लेकिन क्या आप सोच सकते हैं कि हमसे हमारी एंटी करप्शन ब्रांच क्यों छीनी गई? आज 75 साल हो गए आज़ादी के। 75 साल कम नहीं होते किसी देश के इतिहास में। 75 साल बहुत होते हैं। आज 75 साल भी बाद भी एक आम आदमी किसी भी दफ्तर में अपना काम कराने के लिए जाता है, उससे पैसे मांगे जाते हैं, बिना पैसे के काम नहीं किया जाता, उसकी बेइज्जती की जाती है। क्यों? क्योंकि इन सारी पार्टियों की सरकारों ने मिलकर करप्शन किया है। आप क्या सोचते हैं कि जब आप राशन कार्ड बनवाने जाते हैं किसी दफ्तर में और आपसे पैसे मांगे जाते हैं, उस पैसे का एक छोटा सा हिस्सा वो क्लर्क रखता है, बाकी पैसा ऊपर तक चलते मंत्री और मुख्यमंत्री तक जाता है, ऊपर तक जाता है सारा पैसा। जिस भी विभाग में पैसा इकट्ठा किया जाता है वो पैसा ऊपर तक जाता है। लोगों की ट्रांसफर पोस्टिंग के लिए पैसा लिया जाता है। तो जो सरकारें, जिन सरकारों में, जिन पार्टियों की सरकारों में मंत्री मुख्यमंत्री पैसा खाते हैं, वहां तो आपको एक आम आदमी को रिश्वत तो देनी पड़ेगी। केवल और केवल आम आदमी पार्टी की सरकार है। भारत के इतिहास में आज़ादी के बाद केवल पहली ईमानदार सरकारें बनी है दिल्ली और पंजाब में, आम आदमी पार्टी की सरकार, जिसमें हिम्मत है कि अगर कोई रिश्वत मांगे रिकॉर्डिंग कर देना, उसके खिलाफ एक्शन लेंगे। ਤੁਸੀਂ ਦੋਨੇ ਕਲਿੱਪਾਂ ਹੁਣ ਸੁਣ ਚੁੱਕੇ ਹੋ। ਮੈਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲੇ ਸਟੈਪ ਤੋਂ ਕਿੰਨੇ ਕੁ ਸੰਤੁਸ਼ਟ ਹੋ। ਜੇਕਰ ਸੰਤੁਸ਼ਟ ਹੋ ਤਾਂ ਤੁਸੀਂ ਆਪਣੀ ਟਿੱਪਣੀ ਕਰ ਸਕਦੇ ਹੋ ਕਿ ਹਾਂ ਅਸੀਂ ਜਿਹੜਾ ਇਹ ਫੇਵਰ ਦੇ ਵਿੱਚ ਆ। ਜੇ ਤੁਸੀਂ ਇਹਨਾਂ ਤੋਂ ਜ਼ਿਆਦਾ ਐਕਸਪੈਕਟ ਕਰਦੇ ਸੀਗੇ ਕਿ ਪਹਿਲੀ ਵਾਰ ਭਗਵੰਤ ਮਾਨ ਜਿਸ ਤਰ੍ਹਾਂ ਉਹਨੇ ਕਿਹਾ ਕਿ ਬਹੁਤ ਵੱਡਾ ਕਦਮ ਚੱਕਿਆ ਜਾ ਰਿਹਾ, ਜਿਹੜਾ ਕਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ, ਕਿ ਇਹ ਵੱਡਾ ਕਦਮ ਹੈ ਜਾਂ ਪੱਟਿਆ ਭਾਰ ਤੇ ਨਿਕਲਿਆ ਚੂਹੇ ਵਾਲਾ ਕੰਮ ਹੈ, ਇਹ ਤਾਂ ਤੁਸੀਂ ਆਪਦੀ ਸੋਚ ਦੇ ਮੁਤਾਬਕ ਕਮੈਂਟ ਕਰਨਾ। ਜੇ ਮੇਰੀ ਨਿੱਜੀ ਰਾਏ ਆ ਤਾਂ ਜੇ ਮੈਂ ਆਪਦੀ ਨਿੱਜੀ ਰਾਏ ਦੇਵਾਂ ਤਾਂ ਮੈਂ ਚਾਹੁੰਦਾ ਕਿ ਪੰਜਾਬ ਦੇ ਸਿਰ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਉਹ ਕਰਜ਼ਾ ਜਾਂ ਤਾਂ ਸਿਆਸਤਦਾਨਾਂ ਨੇ ਚੜਾਇਆ ਜਾਂ ਸਾਡੇ ਬਿਊਰੋਕਰੇਟਸ ਨੇ, ਮਤਲਬ ਕਿ ਅਫਸਰਸ਼ਾਹੀ। ਹੋਣਾ ਚਾਹੀਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਇੱਕ ਪੈਨਲ ਬਹਾਵੇ ਤੇ 3 ਲੱਖ ਕਰੋੜ ਦਾ ਕਰਜ਼ਾ ਲਗਭਗ ਆਪਾਂ ਕਿ 92 ਤੋਂ ਲੈ ਕੇ 2022 ਪਿਛਲੇ 30 ਸਾਲਾਂ ਦੇ ਵਿੱਚ ਕਿਹੜੀਆਂ ਸਰਕਾਰਾਂ ਦੀ ਟੈਨਰ ਰਹੀ ਹੈ, ਉਹਨਾਂ ਦੇ ਵਿੱਚ ਕਿਹੜੇ ਸਰਕਾਰ ਨੇ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਜਾਂ ਉਹਦੇ ਅਫਸਰਾਂ ਨੇ ਜਾਂ ਉਹਦੇ ਮੰਤਰੀਆਂ ਨੇ ਜਾਂ ਉਹਨਾਂ ਦੇ ਲੀਡਰਾਂ ਨੇ ਕੀਤਾ, ਉਹਨਾਂ ਦੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਤੇ ਉਹਨਾਂ ਦੇ ਜਾਇਦਾਦਾਂ ਨੂੰ ਜ਼ਬਤ ਕਰਕੇ ਦੁਬਾਰਾ ਤੋਂ ਪੰਜਾਬ ਦਾ ਜਿਹੜਾ ਖਜ਼ਾਨਾ ਭਰਿਆ ਜਾਵੇ। ਇਹ ਇੱਕ ਇਤਿਹਾਸਕ ਫੈਸਲਾ ਹੋ ਸਕਦਾ। ਇੱਕ ਨੰਬਰ ਦੇਣਾ ਸ਼ਾਇਦ ਇਹਨਾਂ ਇਤਿਹਾਸਕ ਫੈਸਲਾ ਨਹੀਂ ਹੈ, ਪਰ ਇਹ ਨੰਬਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੈਨੀਫੀਸ਼ੀਅਲ ਹੋਵੇ ਤੁਹਾਡੇ ਵਾਸਤੇ। ਇਹਦੇ ਵਾਸਤੇ ਸਾਡੀਆਂ ਨਜ਼ਰਾਂ ਬਣੀਆਂ ਰਹਿਣੀਆਂ। ਗੁਰਪ੍ਰੀਤ ਕੋਟਲੀ ਆਲੋਚਨਾ ਵੀ ਕਰਦਾ ਰਹੂਗਾ। ਗੁਰਪ੍ਰੀਤ ਕੋਟਲੀ ਜਿੱਥੇ ਚੰਗਾ ਉਹਨੂੰ ਚੰਗਾ ਕਹਾਂਗੇ, ਜਿੱਥੇ ਮਾੜਾ ਉਹਨੂੰ ਮਾੜਾ ਕਹਾਂਗੇ। ਬਣੇ ਰਹੋ ਗੁਰਪ੍ਰੀਤ ਕੋਟਲੀ ਟੀਵੀ ਨਾਲ, ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।